ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 18 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਗੈਸ ਦੀਆਂ ਕੀਮਤਾਂ ਆ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਵੱਧ ਗਈਆਂ, ਜਿਸ ਟਾਈਮ ਦੇ ਉੱਤੇ ਇਰਾਨ ਵਾਲਿਆਂ ਨੇ ਇੱਕ ਮੇਜਰ ਕਤਰ ਦੇ ਵਿੱਚ ਜਿਹੜਾ ਉਹਨਾਂ ਦਾ ਪਲਾਂਟ ਆ ਉਹਦੇ ਉੱਤੇ ਅਟੈਕ ਕਰ ਦਿੱਤਾ ਹੈਗਾ। ਉਸ ਪਲਾਂਟ ਦੇ ਉੱਤੇ ਉਹਨਾਂ ਨੇ ਮਿਜ਼ਾਈਲ ਛੱਡੀ ਹੈਗੀ ਆ, ਜਿਹਦੇ ਨਾਲ ਬਹੁਤ ਜ਼ਿਆਦਾ ਜੋ ਆ ਨੁਕਸਾਨ ਹੋਇਆ ਹੈਗਾ। ਸੋ ਆਉਣ ਵਾਲੇ ਸਮੇਂ 'ਚ ਜੋ ਸਿਚੁਏਸ਼ਨ ਬਣਦੀ ਜਾ ਰਹੀ ਹੈ, ਕਿਉਂਕਿ ਇਹ LNG ਪਲਾਂਟ ਸੀਗਾ, ਸੋ ਕੀਮਤਾਂ ਜਿਹੜੀਆਂ ਆ ਗੈਸ ਦੀਆਂ ਹੋਰ ਵੀ ਉੱਪਰ ਜਾਣਗੀਆਂ। ਆਪਾਂ ਦੇਖ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ ਤਾਂ ਜਿਹੜੀ ਡੀਜ਼ਲ ਆ ਉਹ $7-7.5 ਤੱਕ ਪਹੁੰਚ ਗਿਆ ਤੇ ਅਨਲੀਟਡ ਵੀ ਜਿਹੜੀਆਂ ਗੈਸ ਆ $5-5.5 ਦੇ ਕਰੀਬ ਆਮ ਆ। ਲਾਸ ਐਂਜਲਸ ਏਰੀਏ 'ਚ ਤਾਂ $8 ਤੱਕ ਵੀ ਜਿਹੜੀ ਗੈਸ ਆ ਉਹ ਪਹੁੰਚੀ ਹੋਈ ਹੈਗੀ ਆ ਜੀ। ਅਗਲੀ ਜਿਹੜੀ ਖਬਰ ਆ ਉਹ ਸੀਜ਼ਰ ਚਾਵੇਜ਼ ਦੇ ਨਾਲ ਜੁੜੀ ਹੋਈ ਆ। ਆਪਾਂ ਨੂੰ ਪਤਾ ਲੰਘੇ ਦਿਨਾਂ ਦੇ ਵਿੱਚ ਸੀਜ਼ਰ ਚਾਵੇਜ਼ ਇੱਕ ਇੱਥੋਂ ਦਾ ਮੰਨਿਆ ਪਰਮੰਨਿਆ ਜਿਹੜਾ ਆਗੂ ਸੀਗਾ, ਪਰ ਉਸ ਦੇ ਖਿਲਾਫ ਜਿਹੜੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਉਹਦੀ ਜਿਹੜੀ ਜਨਤਕ ਇਮੇਜ ਹੈ, ਇੱਕ ਪਬਲਿਕ ਇਮੇਜ ਹੁੰਦੀ ਆ, ਉਹ ਬਹੁਤ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਆ। ਸੀਜ਼ਰ ਚਾਵੇਜ਼ ਦੇ ਉੱਤੇ 1960-70 ਦੇ ਦਹਾਕੇ ਦੇ ਵਿੱਚ ਦੋਸ਼ ਲੱਗੇ ਨੇ ਵੀ ਉਹਨੇ ਬਹੁਤ ਸਾਰੀਆਂ ਔਰਤਾਂ ਦੇ ਨਾਲ, ਬਹੁਤ ਸਾਰੀਆਂ ਬੱਚੀਆਂ ਦੇ ਨਾਲ ਜਿਹੜੇ ਜਿਸਮਾਨੀ ਸੰਬੰਧ ਬਣਾਏ ਤੇ ਬਹੁਤਿਆਂ ਦੇ ਨਾਲ ਸੰਬੰਧ ਬਣਾਏ ਤੇ ਉਸ ਤੋਂ ਬਾਅਦ ਕਈ ਤੇ ਜਿਹੜੇ ਬੱਚੀਆਂ ਸੀਗੀਆਂ ਉਹ ਉਸ ਡਿਪਰੈਸ਼ਨ ਦੇ ਵਿੱਚ ਉਹਨਾਂ ਨੂੰ ਦਹਾਕਿਆਂ ਬੱਧੀ ਲੰਘਣਾ ਪਿਆ, ਉਸ ਮਾੜੇ ਮਾਨਸਿਕ ਦੌਰ ਦੇ ਵਿੱਚ ਉਹਨਾਂ ਨੂੰ ਲੰਘਣਾ ਪਿਆ ਤੇ ਪੈਨਿਕ ਅਟੈਕਸ ਤੇ ਸਬਸਟੈਂਸ ਜਿਹੜਾ ਅਬਿਊਜ਼ ਸੀਗਾ ਉਹਦੇ ਕਰਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਬੜੇ ਬੁਰੇ ਤਰੀਕੇ ਦੇ ਨਾਲ ਤਹਿਸ ਨਹਿਸ ਹੋ ਗਈ। ਯੂਨਾਈਟਿਡ ਫਾਰਮ ਵਰਕਰਸ ਤੇ ਸੀਜ਼ਰ ਚਾਵੇਜ਼ ਫਾਊਂਡੇਸ਼ਨ ਆਲਰੇਡੀ ਕੈਂਸਲ ਕਰ ਚੁੱਕਿਆ ਜਿਹੜੀ ਚਾਵੇਜ਼ ਡੇ ਸੈਲੀਬ੍ਰੇਸ਼ਨ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ ਵੈਲਿਊ ਆਫ ਜਸਟਿਸ ਆ ਤੇ ਇੰਪਾਵਰਮੈਂਟ ਆ ਉਹਦੀ ਜਿਹੜੀ ਭਾਵਨਾ ਉਹ ਬਚੀ ਰਹਿਣੀ ਚਾਹੀਦੀ ਆ। ਲੇਬਰ ਲੀਡਰ ਸੀਗਾ ਸੀਜ਼ਰ ਚਾਵੇਜ਼ ਤੇ ਉਹਦੇ ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ ਕਿ ਉਸਨੇ ਜਿਹੜੇ ਫਾਰਮ ਵਰਕਰ ਸੀਗੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਸੰਬੰਧ ਬਣਾਏ। ਨਿਊਯਾਰਕ ਟਾਈਮਸ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਅਸਲ ਦੇ ਵਿੱਚ ਸਾਰਿਆਂ ਨੂੰ ਪੜ੍ਹਨ ਵਾਲੀ ਹੈ। ਇਹ ਇਨਵੈਸਟੀਗੇਸ਼ਨ ਬੜੀ ਡਿਟੇਲ ਦੇ ਵਿੱਚ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਇੱਕ ਟਾਵਰਿੰਗ ਫਿਗਰ ਇਹਨੂੰ ਨਾਮ ਦਿੱਤਾ ਤੇ ਪਰ ਉਹ ਕਹਿੰਦੇ ਵੀ ਇਸ ਨਾਮ ਨੂੰ ਉਹ ਮਿਸਯੂਜ਼ ਕਰਦਾ ਰਿਹਾ। ਨਿਊਯਾਰਕ ਟਾਈਮਸ ਨੇ ਇੰਟਰਵਿਊ ਕੀਤਾ ਦੋ ਔਰਤਾਂ ਨੂੰ ਜਿਨ੍ਹਾਂ ਦਾ ਹੁਣ ਆਪਾਂ ਜਨਤਕ ਤੌਰ ਤੇ ਨਾਂ ਵੀ ਲੈ ਸਕਦੇ ਹਾਂ ਕਿਉਂਕਿ ਉਹਨਾਂ ਨੇ ਵੀ ਨਾਂ ਛਾਪਿਆ, ਐਨਾ ਮੈਗੂਏਨਾ ਤੇ ਡੇਬਰਾ ਰੋਜਸ ਜਿਹੜੀਆਂ ਨੇ, ਇਹਨਾਂ ਨੂੰ ਡੇਬਰਾ ਰੋਹਾਸ ਤੇ ਇਹਨਾਂ ਨੂੰ ਉਹਨਾਂ ਨੇ ਇੰਟਰਵਿਊ ਕੀਤਾ, ਜਿਨ੍ਹਾਂ ਨੇ ਦੋਸ਼ ਲਾਇਆ ਵੀ ਉਹ ਜਦੋਂ 15 ਸਾਲਾਂ ਦੇ ਆਪਦੀ ਉਮਰ ਦੇ ਪੜਾਅ ਦੇ ਵਿੱਚ ਸਨ ਤਾਂ ਉਦੋਂ ਸੀਜ਼ਰ ਚਾਵੇਜ਼ ਨੇ ਉਹਨਾਂ ਦੇ ਨਾਲ ਇਹਨਾਂ ਹਰਕਤਾਂ ਨੂੰ ਜਿਹੜਾ ਉਹ ਅੰਜਾਮ ਦਿੱਤਾ। ਸੋ ਦੋਨਾਂ ਨੂੰ ਸਟਰਗਲ ਕਰਨੀ ਪਈ, ਕਾਫੀ ਡਿਪਰੈਸ਼ਨ ਹੋਇਆ, ਉਹਨਾਂ ਨੂੰ ਪੈਨਿਕ ਅਟੈਕਸ ਆਏ ਤੇ ਨਾਲ ਹੀ ਉਹ ਕਹਿੰਦੇ ਵੀ ਬਹੁਤ ਜ਼ਿੰਦਗੀ ਦੇ ਵਿੱਚ ਹੋਰ ਤਰ੍ਹਾਂ ਦੇ ਕਈ ਮਾਨਸਿਕ ਇਸ ਤਰ੍ਹਾਂ ਦੇ ਬੁਰੇ ਦੌਰ ਦੇ ਵਿੱਚ ਉਹਨਾਂ ਨੂੰ ਲੰਘਣਾ ਪਿਆ। ਤੇ ਜਿਹੜੀ ਪੇਪਰ ਇਹਨਾਂ ਨੂੰ ਜਿਹੜੀ ਬੀਬੀ ਹੈ ਇੱਕ ਹਰੇਟਾ ਨਾਮ ਦੀ, ਉਹਨੇ ਇਸ ਪੇਪਰ ਨੂੰ ਦੱਸਿਆ ਵੀ ਉਹ ਗ੍ਰੇਫੀਲਡ ਦੇ ਵਿੱਚ ਡਿਲੈਨੋ ਦੇ ਇਲਾਕਿਆਂ ਦੇ ਵਿੱਚ 1966 ਦੇ ਵਿੱਚ ਜਿਹੜਾ ਚਾਵੇਜ਼ ਆ ਉਹਨੇ ਉਸ ਦਰਮਿਆਨ ਉਹਦੇ ਨਾਲ ਕਈ ਵਾਰ ਜਿਸਮਾਨੀ ਵਧੀਕੀ ਕੀਤੀ। ਇੰਸਟਾਗ੍ਰਾਮ ਇੱਕ ਪੋਸਟ ਆ ਜਿਹਦੇ ਵਿੱਚ ਉਹ ਦੱਸਦੀ ਹੈ ਵੀ ਇਸ ਨੇ ਇਸ ਗੱਲ ਨੂੰ 60 ਸਾਲ
6 ਦਹਾਕੇ ਜਿਹੜਾ ਉਹ ਸੀਕ੍ਰੇਟ ਬਣਾਈ ਰੱਖਿਆ, ਕਿਸੇ ਦੇ ਨਾਲ ਸਾਂਝਾ ਨਹੀਂ ਕੀਤਾ। ਕਹਿੰਦੇ ਬਾਅਦ ਦੇ ਵਿੱਚ ਮੈਨੂੰ ਅੰਦਰੋਂ ਇਹ ਗੱਲ ਆਈ ਕਿ ਮੈਂ ਇਸ ਦੇ ਬਾਰੇ ਲੋਕਾਂ ਨੂੰ ਦੱਸਾਂ। ਸਟੇਟਮੈਂਟ ਜਿਹੜੀ ਉਹਨੇ ਲਾਸ ਐਂਜਲਸ ਟਾਈਮਜ਼ ਨੂੰ ਦਿੱਤੀ ਹੈ ਤੇ ਉਹ ਕਹਿੰਦੇ ਵੀ ਚਵੇਜ਼ ਜਿਹੜੀ ਫੈਮਿਲੀ ਇਸ ਟਾਈਮ ਸ਼ੌਕ ਦੇ ਵਿੱਚ ਆ ਤੇ ਉਹ ਉਦਾਸੀ ਦੇ ਜਿਹੜੇ ਆ ਦੌਰ ਦੇ ਵਿੱਚੋਂ ਲੰਘ ਰਹੀ ਹੈ, ਜਿਵੇਂ ਉਹਨਾਂ ਨੂੰ ਪਤਾ ਲੱਗਿਆ। ਉਸ ਤੋਂ ਬਾਅਦ ਹੁਣ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਚਵੇਜ਼ ਦੇ ਨਾਲ ਜੁੜੀਆਂ ਹੋਈਆਂ। ਲੋਕ ਹੁਣ ਉਹਨਾਂ ਨੂੰ ਆਪਣੇ ਆਪ ਨੂੰ ਵੱਖ ਕਰਨਾ ਚਾਹੁੰਦੇ ਨੇ ਕਿ ਉਹ ਕੋਈ ਫਾਊਂਡੇਸ਼ਨ ਦੇ ਨਾਲ ਜੁੜਿਆ, ਕੋਈ ਉਹਨਾਂ ਦੇ ਕੰਮਾਂ ਦੇ ਨਾਲ ਜੁੜਿਆ, ਕਿਸੇ ਨੇ ਕੋਈ ਕਿਤਾਬ ਲਿਖੀ ਹੈ, ਕੋਈ ਮੈਗਜ਼ੀਨ ਦੇ ਵਿੱਚ ਉਹਦੇ ਬਾਰੇ ਕੋਈ ਆਰਟੀਕਲ ਲਿਖਿਆ, ਤਾਂ ਲੋਕ ਕਹਿੰਦੇ ਕਿ ਹੁਣ ਅਸੀਂ ਸ਼ਰਮਸਾਰ ਆ। ਇੱਥੋਂ ਪਤਾ ਲੱਗਦਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਇੱਕ ਬਹੁਤ ਵੱਡੇ ਕੱਦ-ਬੁੱਤ ਦੇ ਇਨਸਾਨ ਸਮਝਦੇ ਨੇ, ਦੁਨੀਆ ਉਹਨਾਂ ਦਾ ਸਤਿਕਾਰ ਕਰਦੀ ਹੈ, ਪਰ ਜਦੋਂ ਉਹਨਾਂ ਦੀਆਂ ਹਰਕਤਾਂ ਬਾਹਰ ਆਉਂਦੀਆਂ ਨੇ, ਜਦੋਂ ਉਹਨਾਂ ਦੀਆਂ ਕਰਤੂਤਾਂ ਜੱਗ ਜ਼ਾਹਰ ਹੁੰਦੀਆਂ ਨੇ, ਤਾਂ ਲੋਕ ਕਿਸ ਤਰੀਕੇ ਦੇ ਨਾਲ ਟੁੱਟ ਵੀ ਜਾਂਦੇ ਨੇ, ਮਾਨਸਿਕ ਤੌਰ ਤੇ ਵੀ ਟੁੱਟਦੇ ਨੇ ਤੇ ਉਹਨਾਂ ਦੇ ਨਾਲੋਂ ਵੀ ਟੁੱਟ ਜਾਂਦੇ ਨੇ। ਲਾਸ ਐਂਜਲਸ ਮੇਅਰ ਜਿਹੜੇ ਕੇਰਨ ਬਾਸ ਨੇ, ਉਹਨਾਂ ਨੇ ਕਿਹਾ ਵੀ ਕੋਈ ਵੀ ਕੋਈ ਔਰਤ ਹੈ, ਕੋਈ ਬੱਚੀ ਹੈ ਤੇ ਕੋਈ ਵੀ ਇਸ ਉਹਦੇ ਬੰਦੇ ਦੇ ਉਹਨਾਂ ਦਿਨਾਂ ਦੇ ਵਿੱਚ ਕੋਈ ਹਾਰਮ ਕੀਤਾ ਗਿਆ, ਨੁਕਸਾਨ ਪਹੁੰਚਾਇਆ ਗਿਆ ਤੇ ਬਹੁਤ ਮੰਦਭਾਗੀ ਇੱਕ ਗੱਲ ਆ। ਸੋ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਇਸ ਬਾਬਤ ਜਿਹੜੇ ਕਮੈਂਟਸ ਨੇ, ਟਿੱਪਣੀਆਂ ਨੇ, ਉਹ ਸਾਹਮਣੇ ਆ ਰਹੀਆਂ ਨੇ ਤੇ ਲੋਕ ਹੁਣ ਸੀਜ਼ਰ ਚਵੇਜ਼ ਦੇ ਨਾਂ ਲੈਣ ਤੋਂ ਵੀ ਜਿਹੜਾ ਉਹ ਗੁਰੇਜ਼ ਕਰਨ ਲੱਗੇ ਨੇ। ਜੀ ਬਿਲਕੁਲ, ਸੀਜ਼ਰ ਸ਼ਾਹਵੇਜ਼ ਇੱਕ ਬਹੁਤ ਵੱਡਾ ਆਈਕਨ ਸਮਝਿਆ ਜਾਂਦਾ ਹੈ ਲੇਬਰ ਮਾਰਕੀਟ ਦੇ ਸੰਬੰਧ ਦੇ ਵਿੱਚ, ਕਿਉਂਕਿ ਜਿਹੜੇ ਫਾਰਮ ਵਰਕਰ ਸੀ ਉਹਨਾਂ ਦੇ ਲਈ ਇਹ ਬਹੁਤ ਵੱਡਾ ਇਹਨੇ ਫਾਈਟ ਕੀਤੀ। ਇਹਦੇ ਨਾਲ ਪੰਜਾਬੀ ਵੀ ਬੰਦੇ ਉਸ ਟਾਈਮ ਦੇ ਉੱਤੇ ਸਾਥ ਦਿੰਦੇ ਰਹੇ ਹੈਗੇ ਆ। ਜੀ ਜੀ। ਤੇ ਲਾਸ ਐਂਜਲਸ ਟਾਈਮ, ਨਿਊਯਾਰਕ ਟਾਈਮਸ, ਇਹ ਇੱਕ ਦੋ ਦਿਨਾਂ ਦੀਆਂ ਸਾਰੀਆਂ ਮੇਨ ਕਹਾਣੀਆਂ ਜਿਹੜੀਆਂ ਆ ਉਹ ਸੀਜ਼ਰ ਸ਼ਾਹਵੇਜ਼ ਨੂੰ ਹੀ ਲੈ ਕੇ ਹੈਗੀਆਂ। ਇਹ ਕਹਿੰਦੇ ਇੱਕ ਨਹੀਂ, ਹੁਣ ਕਈ ਜਿਹੜੀਆਂ ਬੱਚੀਆਂ ਸੀ ਉਹਨਾਂ ਨੂੰ ਅਬਿਊਜ਼ ਕੀਤਾ, ਰੇਪ ਕੀਤਾ। ਈਵਨ ਜਿਹੜੇ ਉਹਦੇ ਨਾਲ ਬਹੁਤ ਪੁਰਾਣੀ ਜਿਹੜੀ ਲੀਡਰ ਸੀ ਡੋਲੋਰਸ ਹੋਇਟ ਉਸ ਨੂੰ ਵੀ ਜਿਹੜਾ 2 ਵਾਰ ਉਹਨੇ ਜਿਹੜਾ ਪ੍ਰੈਗਨੈਂਟ ਕੀਤਾ। ਸੋ ਇਹ ਹੁਣ ਇਹਨੂੰ ਦੇਖਦੇ ਹੋਏ ਕਿਉਂਕਿ ਸੈਂਟਰਲ ਵੈਲੀ ਤੋਂ ਸੀ, ਮੋਸਟਲੀ ਸੈਂਟਰਲ ਵੈਲੀ ਦੇ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਸੀਜ਼ਰ ਸ਼ਾਹਵੇਜ਼ ਦੇ ਨਾਂ ਦੇ ਉੱਤੇ ਹੈਗੀਆਂ। ਸੋ ਹੁਣ ਸੋਚ ਰਹੇ ਵੀ ਅਸੀਂ ਇਹਨਾਂ ਦਾ ਨਾਂ ਜਿਹੜਾ ਹੈ ਚੇਂਜ ਕਰ ਦਿੱਤਾ ਜਾਵੇ। ਇੰਨੀਆਂ ਜ਼ਿਆਦਾ ਜਿਹੜੀਆਂ ਸੀਰੀਅਸ ਐਲੀਗੇਸ਼ਨਸ ਲੱਗੀਆਂ ਹੈਗੀਆਂ ਆ, ਉਹਦੇ ਨਾਲ ਜਿਹੜਾ ਮੈਕਸੀਕਨ ਅਮਰੀਕਨ ਆਈਕਨ ਸੀਜ਼ਰ ਸ਼ਾਹਵੇਜ਼, ਪੂਰੀ ਕਮਿਊਨਿਟੀ ਅਪਸੈਟ ਆ ਇਸ ਟਾਈਮ ਦੇ ਉੱਤੇ। ਸੈਂਟਰਲ ਵੈਲੀ ਦੇ ਵਿੱਚ ਤਾਂ ਕਿੰਨੇ ਪਾਰਕਸ, ਸਟਰੀਟਸ, ਸੀਜ਼ਰ ਸ਼ਾਹਵੇਜ਼ ਪਾਰਕ ਡਲੀਨੋ ਚ ਆ, ਮੋਡੈਸਟੋ ਚ ਆ, ਨੀਜ਼ ਫ੍ਰਿਜਨੋ ਚ ਆ, ਲਾਇਬ੍ਰੇਰੀਜ਼ ਹੈਗੀਆਂ ਸਲੀਨਸ ਤੇ ਸਟਾਕਟਨ ਚ, ਸਕੂਲ ਸੀਜ਼ਰ ਸ਼ਾਹਵੇਜ਼ ਦੇ ਨਾਂ ਦੇ ਉੱਤੇ ਫ੍ਰਿਜਨੋ ਚ ਆ, ਸਟਾਕਟਨ, ਡਲੀਨੋ, ਸਟਾਕਟਨ, ਮਡੇਰਾ, ਪਲਾਨਾਡਾ ਸੀਰੀਜ਼ ਦੇ ਵਿੱਚ। ਸੋ ਉਹ ਸੋਚ ਰਿਹਾ ਵੀ ਅਸੀਂ ਸਾਰਿਆਂ ਦੇ ਜਿਹੜੇ ਨਾਂ ਆ ਉਹ ਹੁਣ ਬਦਲ ਦੇਣੇ ਹੈਗੇ ਆ। ਸੋ ਫ੍ਰਿਜਨੋ ਦੇ ਸਿਟੀ ਕੌਂਸਲ ਮੈਂਬਰ ਉਹਨਾਂ ਨੇ ਵੋਟ ਵੀ ਪਾ ਦਿੱਤਾ ਹੈਗਾ 6-1। ਉਹਨਾਂ ਨੇ ਕਿਹਾ ਵੀ ਜਿਹੜਾ ਕੈਲੀਫੋਰਨੀਆ ਐਵਨਿਊ, ਵੈਂਚਰਾ ਸਟਰੀਟ, ਕਿੰਗ ਕੈਨੀਅਨ ਰੋਡ, ਇਹ ਜਿਹੜੇ ਸੀਜ਼ਰ ਸਾਹਿਬ ਬੁਲੇਵਰਡ ਸੀ ਉਹਨਾਂ ਦੇ ਨਾਂ ਜਿਹੜੇ ਆ ਉਹ ਮੁੜ ਕੇ ਚੇਂਜ ਕੀਤੇ ਜਾਣਗੇ। ਜੀ ਬਿਲਕੁਲ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਝਟਕਾ ਲੱਗਾ ਹੈਗਾ ਆ। ਅਗਲੀ ਖਬਰ ਵੱਲ ਚਲੀਏ ਤਾਂ ਕੈਲੀਫੋਰਨੀਆ ਦੀਆਂ ਜਿਹੜੀਆਂ ਪਾਵਰਫੁਲ ਲੇਬਰ ਫੋਰਸਿਸ ਆ ਉਹ ਡਿਵਾਈਡਡ ਹੈਗੀਆਂ ਕਿ ਸਟੇਟ ਦਾ ਅਗਲਾ ਜਿਹੜਾ ਗਵਰਨਰ ਆ ਉਹ ਕੌਣ ਹੋਵੇ। ਈਵਨ ਦੋ ਐਰਿਕ ਸਵੈਲਵਲ ਥੋੜਾ ਜਿਹਾ ਉੱਪਰ ਆ ਇਸ ਟਾਈਮ ਦੇ ਉੱਤੇ। ਕੈਲੀਫੋਰਨੀਆ ਫੈਡਰੇਸ਼ਨ ਆਫ ਲੇਬਰ ਯੂਨੀਅਨਸ ਨੇ ਜਿਹੜੀ ਆ ਐਂਡੋਰਸ ਹਜੇ ਕਿਸੇ ਨੂੰ ਨਹੀਂ ਕੀਤਾ ਹੈਗਾ। ਕੈਟੀ ਪੋਰਟਰ ਹੈਗੀ ਆ, ਈਸਟ ਵੇ ਦੇ ਕਾਂਗਰਸਮੈਨ ਐਰਿਕ ਸਵੈਲਵਲ ਆ, ਬਿਲੀਅਨੇਅਰ ਟੌਮ ਸਟੇਅਰ ਆ ਤੇ ਲਾਸ ਐਂਜਲਸ ਦੇ ਮੇਅਰ ਐਂਟੋਨੀਓ ਵਿਲਰੇਗੋਸਾ ਹੈਗੇ ਆ। ਇਹ ਡੈਮੋਕ੍ਰੇਟ ਹੈਗੇ ਆ, 2 ਰਿਪਬਲਿਕਨ ਕੈਂਡੀਡੇਟ ਵੀ ਹੈਗੇ ਆ। ਸੋ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਆ ਉਹ ਵੀ ਆਪਸ ਦੇ ਵਿੱਚ ਕਾਫੀ ਜਿਹੜੇ ਡਿਵਾਈਡ ਹੋਇਆ ਵੀ ਇੰਨੇ ਜ਼ਿਆਦਾ ਕੈਂਡੀਡੇਟ ਹੋ ਗਏ, ਹੁਣ ਕੀਤਾ ਕੀ ਜਾਵੇ। SEIU ਇਹ ਇੱਕ ਬਹੁਤ ਵੱਡੀ ਸਰਵਿਸ ਇੰਪਲਾਈ ਇੰਟਰਨੈਸ਼ਨਲ ਯੂਨੀਅਨ ਆ ਜਿਹਦੇ 7.5 ਲੱਖ ਦੇ ਕਰੀਬ ਵਰਕਰਸ ਆ, ਜਿਨ੍ਹਾਂ ਦੇ ਵਿੱਚ ਨਰਸਸ, ਜੈਨੀਟਰ, ਹੈਲਥ ਕੇਅਰ ਵਰਕਰ, ਸਕੂਲ ਇੰਪਲਾਈਜ਼, ਕੋਰਟ ਸਟਾਫ, ਸਿਟੀ ਦੇ ਕਾਉਂਟੀ ਇੰਪਲਾਈਜ਼ ਹੈਗੇ ਆ। ਸੋ ਉਹਨਾਂ ਨੇ ਜਿਹੜਾ ਆ ਸਵੈਲਵੈਲ ਨੂੰ ਇੱਕ ਤਰ੍ਹਾਂ ਦੇ ਨਾਲ ਐਂਡੋਰਸ ਕੀਤਾ ਹੈਗਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ। ਐਮਰਸਨ ਕਾਲਜ ਪੋਲਸ ਜਿਹੜੇ ਆ ਸ਼ੋਅ ਕਰ ਰਹੇ ਆ ਵੀ ਸਵੈਲਵੈਲ ਜਿਹੜਾ ਐਰਿਕ ਸਵੈਲਵੈਲ ਆ ਸਾਡੇ ਬੇ ਏਰੀਏ ਦਾ ਹੀ ਆ, ਕਾਫੀ ਲੰਮਾ ਸਮਾਂ ਕਾਂਗਰਸਮੈਨ ਰਹੇ ਆ ਉਹ। ਤੇ ਕਹਿੰਦੇ ਵੀ 17% ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹ ਉਹਦੇ ਹੱਕ ਦੇ ਵਿੱਚ ਹੈਗੇ ਆ। ਸੋ ਜਿਸ ਹਿਸਾਬ ਦੇ ਨਾਲ ਮਿਕਸਡ ਲੇਬਰ ਐਂਡੋਰਸਮੈਂਟਸ ਹੈਗੀਆਂ ਆ, ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਦੇ ਚੇਅਰ ਰਾਸਟੀ ਹਿਕਸ ਨੇ ਕਿਹਾ ਵੀ ਇਹ ਜਿਹੜੀਆਂ ਲੋ ਪੋਲਿੰਗ ਜਿਹੜੇ ਗਵਰਨਟੇਰੀਅਨ ਕੈਂਡੀਡੇਟ ਹੈਗੇ ਆ, ਜਿਹੜੇ ਗਵਰਨਰ ਦੇ ਲਈ ਖੜੇ ਆ, ਉਹਨਾਂ ਨੂੰ ਡ੍ਰੌਪ ਕਰ ਦੇਣਾ ਚਾਹੀਦਾ ਹੈਗਾ, ਜਿਹਦੇ ਨਾਲ ਇੱਕ ਕੈਂਡੀਡੇਟ ਉਹਨਾਂ ਦਾ ਜਿਹੜਾ ਆ ਸਟਰੋਂਗ ਹੋ ਕੇ ਅੱਗੇ ਜਾਵੇ।
ਸੈਨੋਜ਼ੇ ਦੇ ਵੀ ਸਾਡੇ ਜਿਹੜੇ ਮੇਅਰ ਹੈਗੇ ਆ ਮੈਟ ਮਹਾਨ, ਉਹ ਵੀ ਜਿਹੜੇ ਗਵਰਨਰ ਕੈਂਡੀਡੇਟ ਇਸ ਵੇਲੇ ਬਣੇ ਹੋਏ ਹੈਗੇ ਆ। ਸਾਬਕਾ ਰਿਪਰੈਜ਼ੈਂਟੇਟਿਵ ਕੈਟੀ ਪੋਰਟਰ ਨੂੰ ਕਈ ਇੰਡੋਰਸਮੈਂਟ ਮਿਲੀਆਂ ਸੀਗੀਆਂ। ਟੀਮਸਟਰ, ਯੂਨਾਈਟਿਡ ਆਟੋ ਵਰਕਰਸ, ਨੈਸ਼ਨਲ ਯੂਨੀਅਨ ਆਫ ਹੈਲਥ ਕੇਅਰ ਵਰਕਰਸ, ਕੈਲੀਫੋਰਨੀਆ ਨਰਸ ਐਸੋਸੀਏਸ਼ਨ ਨੇ ਟੌਮ ਸਟੇਅਰ ਨੂੰ ਇੰਡੋਰਸ ਕੀਤਾ ਆ। ਫਾਰਮਰ ਐਲਏ ਮੇਅਰ ਐਂਟੋਨੀਓ ਵਿਲਰਗੋਸਾ, ਉਹਨਾਂ ਨੇ ਸਟੇਟ ਬਿਲਡਿੰਗ ਤੇ ਕੰਸਟਰਕਸ਼ਨ ਟ੍ਰੇਡ ਯੂਨੀਅਨ ਨੂੰ ਜਿਹੜਾ ਉਹਨਾਂ ਨੂੰ ਇੰਡੋਰਸ ਕੀਤਾ ਹੈਗਾ। ਸਾਬਕਾ ਅਟਾਰਨੀ ਜਨਰਲ ਜ਼ਾਵੀਅਰ ਬਸੇਰਾ ਨੂੰ ਇੰਡੋਰਸ ਕੀਤਾ ਕੈਲੀਫੋਰਨੀਆ ਸਟੇਟ ਕਾਉਂਸਲ ਆਫ ਲੇਬਰਰਸ ਨੇ। ਸੋ ਜੀ ਕੈਲੀਫੋਰਨੀਆ ਟੀਚਰ ਐਸੋਸੀਏਸ਼ਨ ਇਹ ਵੀ ਬਹੁਤ ਵੱਡਾ ਪਾਵਰ ਹਾਊਸ ਹੈਗਾ, ਉਹਨਾਂ ਨੇ ਹਜੇ ਇੰਡੋਰਸਮੈਂਟ ਕਰਨੀ ਹੈਗੀ ਆ। ਸੋ ਕਾਫੀ ਰੌਚਕ ਜਿਹੜੀ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਹੋਊਗੀ। ਜੀ ਬਿਲਕੁਲ। ਅਗਲੀ ਗੱਲ ਕਰੀਏ, ਭਾਰਤੀ ਸਰਕਾਰ ਵੈਸੇ ਤਾਂ ਹੁਣ ਲੋਕਾਂ ਨੂੰ ਸਹੀ ਜਾਣਕਾਰੀਆਂ ਦੇ ਨਹੀਂ ਰਹੀ, ਚਾਹੇ ਉਹ ਤੇਲ ਦਾ ਸੰਕਟ ਹੈ, ਚਾਹੇ ਉਹ ਗੈਸ ਦਾ ਸੰਕਟ ਹੈ, ਪਰ ਫਿਰ ਵੀ ਜਿਹੜੇ ਲੋਕਾਂ ਦਾ ਦਬਾਅ ਜਾਂ ਲੋਕ ਜਦੋਂ ਪੁੱਛਦੇ ਨੇ ਤਾਂ ਸਰਕਾਰ ਕੁਝ ਕੁ ਜਾਣਕਾਰੀਆਂ ਜਿਹੜੀਆਂ ਉਹ ਨਸ਼ਰ ਕਰਦੀ ਹੈ, ਲੋਕਾਂ ਦੇ ਸਾਹਮਣੇ ਜਗ ਜ਼ਾਹਰ ਕਰਦੀ ਹੈ। ਇਹ ਜਿਹੜਾ ਸੰਕਟ ਇਸ ਵੇਲੇ ਚੱਲ ਰਿਹਾ ਪੱਛਮੀ ਏਸ਼ੀਆ ਦੇ ਵਿੱਚ, ਤਾਂ 1000 ਭਾਰਤੀ ਕਹਿੰਦੇ ਹਜੇ ਵੀ ਈਰਾਨ ਦੇ ਵਿੱਚ ਆ। ਖਾੜੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ 23,000 ਤੋਂ ਵੱਧ ਸਕੂਲੀ ਵਿਦਿਆਰਥੀ ਹਾਲਾਤ ਖਰਾਬ ਹੋਣ ਕਰਕੇ CBSE ਦੀਆਂ ਜਿਹੜੀਆਂ ਪ੍ਰੀਖਿਆਵਾਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਵਿਦੇਸ਼ ਮੰਤਰਾਲੇ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਸ਼ਸ਼ੀ ਥਰੂਰ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਵੀ 1000 ਲੋਕ ਹਾਲੇ ਵੀ ਈਰਾਨ ਦੇ ਵਿੱਚ ਨੇ, ਪਰ ਜ਼ਰੂਰੀ ਨਹੀਂ ਕਿ ਉਹ ਸਾਰੇ ਉੱਥੋਂ ਨਿਕਲਣਾ ਚਾਹੁੰਦੇ ਹੋਣ, ਮਾਫ ਕਰਨਾ। ਕਾਂਗਰਸੀ ਆਗੂ ਨੇ ਇਹ ਵੀ ਦੱਸਿਆ ਵੀ ਜਿਹੜੀਆਂ CBSE ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਨੇ ਉਹਦੇ ਵਿੱਚ 10ਵੀਂ ਤੇ 12ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਜਿਹੜਾ ਹਿੱਸਾ ਉਹ ਨਹੀਂ ਲੈ ਸਕਣਗੇ, ਜਿਨ੍ਹਾਂ ਦੀ ਗਿਣਤੀ 23,000 ਬਣਦੀ ਹੈ। ਥਰੂਰ ਨੇ ਵੀ ਦੱਸਿਆ ਵੀ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਪ੍ਰਵਾਸੀ ਭਾਰਤੀਆਂ ਤੇਲ ਅਤੇ ਗੈਸ ਦੀ ਸਪਲਾਈ ਬਾਰੇ ਚਿੰਤਾਵਾਂ ਜਿਹੜੀਆਂ ਨੇ ਉਹ ਉਵੇਂ ਦੀ ਜਿਉਂ ਦੀਆਂ ਤਿਉਂ ਨੇ। ਇਹ ਵੀ ਦੱਸਿਆ ਵੀ ਜਦੋਂ ਤੋਂ ਇਰਾਨੀ ਸੁਪਰੀਮ ਲੀਡਰ ਦੀ ਹੱਤਿਆ ਦੀ ਨਿੰਦਾ ਕਰਨ ਤੇ ਨਾਗਰਿਕਾਂ ਦੀਆਂ ਮੌਤਾਂ ਤੇ ਸੋਗ ਪ੍ਰਗਟ ਕਰਨ ਤੇ ਜਦੋਂ ਭਾਰਤ ਦੀ ਚੁੱਪ ਬਾਰੇ ਸਵਾਲ ਪੁੱਛੇ ਗਏ ਤਾਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆਉੜਿਆ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੀਟਿੰਗ ਦੇ ਵਿੱਚ ਸ਼ਾਮਲ ਹੀ ਨਹੀਂ ਹੋਏ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਜਿਹੜੀ ਸਰਕਾਰ ਆ ਉਹ ਕਿਸ ਪੱਧਰ ਦੇ ਦਬਾਅ ਦੇ ਵਿੱਚ ਆ। ਜਦੋਂ ਇਸ ਬਾਰੇ ਲੋਕ ਸਭਾ ਦੇ ਵਿੱਚ ਗੱਲ ਹੋ ਰਹੀ ਸੀ ਤਾਂ ਪ੍ਰਧਾਨ ਮੰਤਰੀ ਉੱਥੇ ਖੁਦ ਮੌਜੂਦ ਨਹੀਂ ਸਨ। ਇਹਦੇ ਨਾਲ ਸਰਕਾਰ ਦੀ ਚਲਾਕੀ ਤੁਸੀਂ ਦੇਖੋ, ਸਰਕਾਰ ਜਿਵੇਂ ਹੀ ਇਹ ਵੀਡੀਓਜ਼ ਟ੍ਰੈਂਡ ਕਰਨ ਲੱਗੀਆਂ ਕਿ ਗੈਸ ਦੀ ਸ਼ਾਰਟੇਜ ਹੈ, ਬਰਨਾਲੇ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਗੈਸ ਤੇ ਸਿਲੰਡਰਾਂ ਦੀ ਲਾਈਨ ਦੇ ਵਿੱਚ ਲੱਗਿਆ ਹੋਇਆ ਸੀਗਾ। ਇਸੇ ਤਰ੍ਹਾਂ ਕਈ ਥਾਵਾਂ ਤੇ ਝੜਪਾਂ ਹੋਈਆਂ, ਕਈ ਥਾਵਾਂ ਤੇ ਰਿਪੋਰਟਰਾਂ ਨੂੰ ਧਮਕਾਇਆ ਗਿਆ ਕਿ ਤੁਸੀਂ ਕਿਉਂ ਰਿਪੋਰਟਿੰਗ ਕਰ ਰਹੇ ਹੋ। ਤਾਂ ਟਵਿੱਟਰ ਦੇ ਉੱਤੇ ਜਿਹੜਾ ਇਹਨਾਂ ਦਾ IT ਸੈੱਲ ਹੈ ਉਹਦੇ ਤੋਂ ਬਕਾਇਦਾ ਉੱਥੇ ਟਵੀਟ ਹੋਣ ਲੱਗ ਪਏ ਇੱਕਦਮ ਕਿ ਬਈ ਜਿਹੜੀ ਗੈਸ ਸਿਲੰਡਰ ਆ ਮੈਂ ਬੁੱਕ ਕੀਤਾ ਸੀ ਆਨਲਾਈਨ, ਮੈਨੂੰ ਮਿਲ ਚੁੱਕਿਆ। ਇਹ ਇੱਕ ਪ੍ਰੋਪੇਗੈਂਡਾ ਸੀਗਾ ਇਹ ਸਾਰੇ ਕਾਸੇ ਦੇ ਉੱਤੇ, ਇੱਕ ਤਰੀਕੇ ਨਾਲ ਪਰਦਾਪੋਸ਼ੀ ਕਰਨ ਦੇ ਲਈ। ਪਰ ਉਹ ਪ੍ਰੋਪੇਗੈਂਡਾ ਲੋਕਾਂ ਨੇ ਨਸ਼ਰ ਕਰ ਦਿੱਤਾ। ਲੋਕਾਂ ਨੇ ਆਪਦੀਆਂ ਫੋਟੋਆਂ, ਤਸਵੀਰਾਂ, ਵੀਡੀਓਜ਼ ਉਹਦੇ ਥੱਲੇ ਰੀਟਵੀਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਸਰਕਾਰ ਜਿਹੜੀ ਹੈ 1000 ਬੰਦਾ ਦੱਸ ਰਹੀ ਹੈ, ਪਰ ਅਸਲ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਰਕਾਰ ਦੇ ਮੂਹਰੇ ਆંકੜਾ ਰੱਖ ਰਹੀਆਂ ਨੇ ਕਿ ਘੱਟੋ ਘੱਟ ਇਸ ਟਾਈਮ ਹਜ਼ਾਰਾਂ ਭਾਰਤੀ ਨੇ ਜਿਹੜੇ ਉੱਥੇ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਨੇ। ਕਹਿੰਦੇ ਕਿ ਉੱਥੇ ਕਈ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਵੀ ਭਾਰਤ ਸਰਕਾਰ ਦੇ ਇਸ ਲਮਕਣੇ ਤੇ ਟਾਈਮ ਪਾਸ ਡੰਗ ਟਪਾਊ ਜਿਹੜਾ ਸਟੈਂਡ ਆ ਉਹਦੇ ਬਾਰੇ ਪਤਾ ਲੱਗ ਚੁੱਕਿਆ। ਸੋ ਉਹਨਾਂ ਦੇ ਵਿੱਚੋਂ ਕਈ ਹੁਣ ਭਾਰਤੀਆਂ ਦੀ ਮਦਦ ਚਾਹੁੰਦੇ ਹੋਏ ਵੀ ਨਹੀਂ ਕਰਨਾ ਚਾਹੁੰਦੇ। ਸੋ ਇਹ ਤੁਸੀਂ ਦੇਖੋ ਵੀ ਸਰਕਾਰ ਦਾ ਜਿਹੜਾ ਦੋਹਰਾ ਸਟੈਂਡ ਆ ਉਹ ਆਪਣੇ ਨਾਗਰਿਕਾਂ ਨੂੰ ਨਾ ਸਿਰਫ ਦੇਸ਼ ਦੇ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਤੰਗ ਕਰ ਰਿਹਾ। ਜੀ ਅਗਲੀ ਖਬਰ ਵੱਲ ਚਲੀਏ। ਜੋ ਤੁਲਸੀ ਗੈਬਟ ਹੈਗੇ ਆ, ਉਹਨਾਂ ਨੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੇ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਾਥ ਦਿੱਤਾ ਹੈਗਾ। ਜੀ ਤੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਸੱਚਮੁੱਚ ਹੀ ਇਮੀਨੈਂਟ ਥ੍ਰੈਟ ਸੀ, ਬਹੁਤ ਜਿੱਦਾਂ ਜਿਹੜੀ ਕਹਿ ਸਕਦੇ ਆ ਵੀ ਬਹੁਤ ਜਲਦੀ ਜਿਹੜੀ ਤੁਹਾਨੂੰ ਥ੍ਰੈਟ ਹੋ ਸਕਦੀ ਆ ਮੁਲਕ ਨੂੰ, ਇਹ ਸੱਚਮੁੱਚ ਸਹੀ ਸੀ। ਤਾਂ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜਾ ਜਿੰਨਾ ਸਾਰਾ ਕੁਝ ਇੰਟੈਲੀਜੈਂਸ ਇਕੱਠੀ ਕੀਤੀ ਗਈ ਆ ਉਹਦੇ ਬੇਸ ਦੇ ਉੱਤੇ ਪ੍ਰੈਜ਼ੀਡੈਂਟ ਨੇ ਡਿਸੀਜਨ ਬਣਾਇਆ ਹੈਗਾ ਤੇ ਮੈਂ ਉਹਨਾਂ ਦੇ ਨਾਲ ਹੈਗਾ। ਤੁਲਸੀ ਗੈਬਟ ਕੁਝ ਦਿਨਾਂ ਤੋਂ ਚੁੱਪ ਸੀ, ਜਦੋਂ ਤੋਂ ਹੀ ਜੋ ਕੈਂਟ ਉਹਨਾਂ ਨੇ ਜੋ ਇੱਕ ਨੈਸ਼ਨਲ ਜਿਹੜੇ ਲੀਡਰ ਸੀਗੇ ਕਾਊਂਟਰ ਟੈਰਰਿਜ਼ਮ ਦੇ ਹੈਡ ਸੀਗੇ ਸੈਂਟਰ ਦੇ, ਉਹਨਾਂ ਨੇ ਆਪਣਾ ਰਿਜ਼ਾਈਨ ਦੇ ਦਿੱਤਾ ਵੀ ਮੇਰੀ ਜਿਹੜੀ ਆਤਮਾ ਨਹੀਂ ਮੰਨਦੀ ਹੈਗੀ ਵੀ ਇਹ ਸ਼ਰੇਆਮ ਧੱਕਾ ਕੀਤਾ ਗਿਆ ਹੈ, ਇਜ਼ਰਾਈਲ ਦੇ ਕਹੇ ਤੇ ਇਰਾਨ ਦੇ ਉੱਤੇ ਅਟੈਕ ਕੀਤਾ ਗਿਆ ਤੇ ਸਾਨੂੰ ਕੋਈ ਖਤਰਾ ਨਹੀਂ ਸੀ। ਸੋ ਸੈਨੇਟਰ ਜੌਨ ਓਸਫ ਜਾਰਜੀਆ ਦੇ, ਉਹਨਾਂ ਨੇ ਗੈਬਟ ਨੂੰ ਪੁੱਛਿਆ ਸੀ ਵੀ ਇੰਟੈਲੀਜੈਂਸ ਕਮਿਊਨਿਟੀ ਦੀ ਜਿਹੜੀ ਅਸੈਸਮੈਂਟ ਆ ਉਹ ਸੱਚਮੁੱਚ ਹੀ ਇਮੀਨੈਂਟ ਨਿਊਕਲੀਅਰ ਥ੍ਰੈਟ ਸੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਾਥ ਦਿੱਤਾ ਹੈਗਾ ਆ। ਕੈਂਟ ਪਹਿਲਾ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਆਫੀਸ਼ੀਅਲ ਆ, ਹਾਈ ਲੈਵਲ ਆਫੀਸ਼ੀਅਲ ਜੋ ਇਰਾਨ ਜੰਗ ਨੂੰ ਲੈ ਕੇ ਰਿਜ਼ਾਈਨ ਦੇ ਕੇ ਪਾਸੇ ਹੋ ਗਿਆ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਕੈਂਟ ਦੇ ਅਗੇਂਸਟ ਸਟੇਟਮੈਂਟ ਵੀ ਦਿੱਤੀਆਂ, ਪਰ ਕੈਂਟ ਇੱਕ ਬਹੁਤ ਦਲੇਰ ਫੌਜੀ ਆ। 11 ਉਹਨੇ ਮਿਸ਼ਨ ਜਿਹੜੇ ਫਾਈਟ ਕੀਤੇ ਸੀ, 11 ਮਿਸ਼ਨ ਤੇ ਗਿਆ ਸੀ ਉਹ ਇਰਾਕ ਵਾਰ ਦੇ ਵਿੱਚ ਵੀ। ਤੇ ਜਿਹੜੀ ਉਹਦੀ ਵਾਈਫ ਆ ਉਹ
ਸੀਰੀਆ ਦੇ ਵਿੱਚ ਲੜਦੀ ਹੋਈ ਸ਼ਹੀਦ ਹੋਈ ਸੀ ਫੌਜ ਦੇ ਲਈ। ਜੀ, ਅਗਲੀ ਗੱਲ ਕਰਦੇ ਹਾਂ ਫ੍ਰੈਜ਼ਨੋ ਯੋਸੇਮਾਈਟ ਇੰਟਰਨੈਸ਼ਨਲ 에ਅਰਪੋਰਟ ਦੇ ਬਾਰੇ। ਕਹਿੰਦੇ ਇੱਕ ਚਰਚਾ ਚੱਲੀ ਸੀ ਕਿ ਕੀ ਇਹ 에ਅਰਪੋਰਟ ਬੰਦ ਹੋਣ ਜਾ ਰਿਹਾ। ਉਹ ਚਰਚਾ ਚੱਲੀ ਕਿੱਥੋਂ ਸੀ ਅਸਲ ਦੇ ਵਿੱਚ? ਕਹਿੰਦੇ ਕਿ ਯੂਐਸ ਦੇ ਜਿਹੜੇ ਕਈ ਛੋਟੇ 에ਅਰਪੋਰਟ ਨੇ ਉਹਨਾਂ ਨੂੰ ਟੈਂਪਰੇਰੀਲੀ ਜਿਹੜਾ ਕਲੋਜ਼ ਕੀਤੇ ਜਾਣ ਦੀ ਜਿਹੜੀ ਗੱਲ ਉਹ ਉੱਠੀ ਸੀ ਅਸਲ ਦੇ ਵਿੱਚ TSA ਜਿਹੜੇ ਆਫੀਸਰਸ ਨੇ ਉਹਨਾਂ ਦੀ ਗੈਰ ਹਾਜ਼ਰੀ ਕਰਕੇ। ਤੇ TSA ਆਫੀਸਰਸ ਦੀ ਜਿਹੜੀ ਗੈਰ ਹਾਜ਼ਰੀ ਸੀਗੀ ਉਹ ਕਈ 에ਅਰਪੋਰਟਸ ਦੇ ਉੱਤੇ 10% ਤੋਂ ਵੀ ਘੱਟ ਉਹਨਾਂ ਦੀ ਹਾਜ਼ਰੀ ਰਹਿ ਗਈ ਸੀ। ਤੇ ਇਸ ਟਾਈਮ ਕਈ 에ਅਰਪੋਰਟਸ ਨੇ ਅਮਰੀਕਾ ਦੇ ਜਿਹੜੇ ਕਿ ਮੇਜਰ ਜਿਹੜੀ 에ਅਰਪੋਰਟਸ ਫੇਸ ਹਾਈ ਸ਼ਾਰਟੇਜ ਨੂੰ ਜਿਹੜਾ ਫੇਸ ਕਰ ਰਹੇ ਨੇ ਅਸਲ ਦੇ ਵਿੱਚ। ਸੋ ਕਹਿੰਦੇ ਕਿ ਇੱਥੇ ਨਾਰਮਲ ਆਪਰੇਸ਼ਨਸ ਨੇ ਜਿਹੜੇ ਫ੍ਰੈਜ਼ਨੋ ਯੋਸੇਮਾਈਟ ਇੰਟਰਨੈਸ਼ਨਲ 에ਅਰਪੋਰਟ ਤੇ ਉੱਤੇ ਉਹ TS ਸਟਾਫਿੰਗ ਦੇ ਦਰਮਿਆਨ ਜਿਹੜੀ ਸ਼ਾਰਟੇਜ ਹੈ ਇਹਦੇ ਦਰਮਿਆਨ ਵੀ ਚੱਲ ਰਹੇ ਨੇ। ਕਹਿੰਦੇ ਕਿ ਕੁਝ ਕੁ ਜਿਹੜੇ ਯੂਐਸ ਦੇ ਛੋਟੇ 에ਅਰਪੋਰਟ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਟੈਂਪਰੇਰੀਲੀ ਜਿਹੜਾ ਉਹ ਕਲੋਜ਼ ਕੀਤਾ ਜਾ ਸਕਦਾ ਸਟਾਫਿੰਗ ਦੀ ਸ਼ਾਰਟੇਜ ਕਰਕੇ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੇ ਇਸ ਗੱਲ ਦਾ ਇਸ਼ਾਰਾ ਕੀਤਾ ਸੀਗਾ ਤੇ ਸਵਾਲ ਉੱਠਿਆ ਸੀਗਾ ਕਿ ਕੀ ਫ੍ਰੈਜ਼ਨੋ ਯੋਸੇਮਾਈਟ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਉਹ ਵੀ ਰਿਸਕ ਦੇ ਉੱਤੇ ਹੈ। ਪਰ ਇਹਦਾ ਜਵਾਬ ਮਿਲਿਆ ਕਿ ਨਹੀਂ, ਫਿਲਹਾਲ ਉਹ ਰਿਸਕ ਦੇ ਉੱਤੇ ਨਹੀਂ ਹੈ, ਇਹ ਚੱਲਦਾ ਰਹੂਗਾ। ਅਸਲ ਦੇ ਵਿੱਚ ਇਹ ਚਰਚਾ ਚੱਲੀ ਕਿੱਥੋਂ ਸੀ? ਇੱਕ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸੀਨੀਅਰ ਆਫੀਸਰ ਆ ਉਹਨੇ ਇਹ ਗੱਲ ਦੱਸੀ ਸੀਗੀ ਕਿ ਅਸੀਂ ਕੁਝ ਕੁ ਜਿਹੜੇ 에ਅਰਪੋਰਟਸ ਨੇ ਉਹਨਾਂ ਨੂੰ ਬੰਦ ਕਰਨ ਦੇ ਬਾਰੇ ਜਾਂ ਟੈਂਪਰੇਰੀਲੀ ਕਲੋਜ਼ ਕਰਨ ਦੇ ਬਾਰੇ ਜਿਹੜਾ ਉਹ ਵਿਚਾਰ ਕਰ ਰਹੇ ਹਾਂ। ਰਿਊਟਰਸ ਦੇ ਹਵਾਲੇ ਦੇ ਨਾਲ ਇਹ ਜਿਹੜੀ ਖਬਰ ਆ ਉਹ ਆਈ ਸੀਗੀ ਕਿਉਂਕਿ ਸਟਾਫ ਬਹੁਤ ਘੱਟ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜਾ ਉਹਨੇ ਰਿਪੋਰਟ ਕੀਤਾ ਸੀਗਾ ਵੀ 10% ਜਿਹੜੇ TSA ਆਫੀਸਰਸ ਨੇ ਉਹ ਐਬਸੈਂਟ ਸੀਗੇ ਮੰਡੇ ਦੇ ਦਿਨ। ਤੇ ਇਹਦੇ ਨਾਲ ਕਈ ਥਾਵਾਂ ਦੇ ਉੱਤੇ ਇਹ ਜਿਹੜੀ ਹਾਜ਼ਰੀ ਗੈਰ ਹਾਜ਼ਰੀ ਆ ਕਈ ਹੋਰ ਵੀ ਜਿਹੜੀ ਉੱਚੀ ਸੀਗੀ, ਸਿਗਨੀਫੀਕੈਂਟਲੀ ਹਾਇਰ ਆ। ਕਹਿੰਦੇ ਕਿ ਕਈ ਵੱਡੇ ਜਿਹੜੇ 에ਅਰਪੋਰਟਸ ਨੇ ਉਹਨਾਂ ਦੇ ਉੱਤੇ 30% ਨਿਊਯਾਰਕ ਦੇ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ, 37% ਐਟਲਾਂਟਾ ਦੇ ਉੱਤੇ, 35% ਹਿਊਸਟਨ ਹੌਬੀ ਦੇ ਉੱਤੇ ਤੇ 39% ਜਿਹੜਾ ਨਿਊ ਆਰਲੀਅਨਸ ਦੇ ਉੱਤੇ ਇਹ ਜਿਹੜੀ ਆ ਗੈਰ ਹਾਜ਼ਰੀ ਉਹ ਪਾਈ ਗਈ ਆ। 50,000 TSA ਆਫੀਸਰਸ ਇਹ ਨੇ ਜਿਹੜੇ ਕਿ ਇਸ ਟਾਈਮ ਜਿਹੜੇ ਕੰਮ ਕਰ ਰਹੇ ਨੇ ਵਿਦਆਊਟ ਪੇ ਦੇ ਉੱਤੇ, ਵਰਕਿੰਗ ਵਿਦਆਊਟ ਪੇ ਦੇ ਉੱਤੇ। ਤੇ ਕਹਿੰਦੇ ਕਿ ਕਈ ਮਹੀਨਿਆਂ ਤੋਂ ਇਹਨਾਂ ਨੂੰ ਜਿਹੜਾ ਬਜਟ ਸਟੈਂਡ ਆਫ ਹੋਣ ਕਰਕੇ ਜਿਹੜੀਆਂ ਇਹਨਾਂ ਨੂੰ ਤਨਖਾਹਾਂ ਨਹੀਂ ਮਿਲ ਸਕੀਆਂ। ਇਸੇ ਕਰਕੇ 366 ਆਫੀਸਰਸ ਅਜਿਹੇ ਨੇ ਜਿਹੜੇ ਕੁਇਟ ਕਰ ਚੁੱਕੇ ਨੇ ਰਿਊਟਰਸ ਦੇ ਹਵਾਲੇ ਦੇ ਨਾਲ। ਤੇ ਕਹਿੰਦੇ ਕਿ 2% ਅਜਿਹੇ ਨੇ ਜਿਹੜੇ ਕਿ ਇਸ ਟਾਈਮ ਲਗਾਤਾਰ ਆਪਣੇ ਕੰਮ ਦੇ ਉੱਤੇ ਗੈਰ ਹਾਜ਼ਰ ਰਹਿ ਰਹੇ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਿ ਡਿਪਟੀ TSA ਐਡਮਿਨਿਸਟ੍ਰੇਸ਼ਨ ਨੇ ਐਡਮ ਸਟੈਹਲ ਉਹਨਾਂ ਨੇ ਦੱਸਿਆ ਵੀ ਕਈ 에ਅਰਪੋਰਟਸ ਦੇ ਉੱਤੇ ਇਹ ਗਾਜ ਡਿੱਗ ਸਕਦੀ ਹੈ ਵੀ ਉਹਨਾਂ ਦੇ ਆਪਰੇਸ਼ਨ ਅਸੀਂ ਬੰਦ ਕਰ ਦੇਈਏ। ਫਿਲਹਾਲ ਫ੍ਰੈਜ਼ਨੋ ਵਾਲਾ ਜਿਹੜਾ 에ਅਰਪੋਰਟ ਆ ਉਹ ਨਹੀਂ ਬੰਦ ਹੋਏਗਾ। ਜੀ, ਸੈਕਰਾਮੈਂਟੋ ਦੇ ਵਿੱਚ 2 ਸਕੂਲ ਬੋਰਡ ਦੇ ਜਿਹੜੇ ਟੀਚਰਸ ਤੇ ਉਹਨਾਂ ਦੇ ਸਪੋਰਟਰਸ ਆ ਉਹ ਸਟ੍ਰਾਈਕ ਤੇ ਆ ਤੇ ਤੀਜਾ ਬੋਰਡ ਜਿਹੜਾ ਉਹ ਜੁਆਇਨ ਕਰ ਸਕਦਾ ਹੈਗਾ ਆ। ਜੀ, ਵਾਸ਼ਿੰਗਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਉਹਨਾਂ ਨੇ ਅੱਜ ਜਿਹੜੇ ਆ ਬੋਰਡ ਵੀ ਚੱਕੇ ਹੋਏ ਸੀਗੇ, ਪਿਕਟਡ ਕੀਤਾ ਉਹਨਾਂ ਨੇ। ਇਸ ਤੋਂ ਬਿਨਾ ਕਹਿੰਦੇ ਭਈ ਇੱਕ ਹੋਰ ਜਿਹੜਾ 3rd ਡਿਸਟ੍ਰਿਕਟ ਹੈਗਾ ਉਹ ਵੀ ਬਹੁਤ ਜਲਦੀ ਉਹਨਾਂ ਨੂੰ ਜੁਆਇਨ ਕਰਨ ਜਾ ਰਿਹਾ ਹੈਗਾ। ਵਾਸ਼ਿੰਗਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ, ਵੈਸਟ ਸੈਕਰਾਮੈਂਟੋ ਟੀਚਰ ਐਸੋਸੀਏਸ਼ਨ ਆਲਰੇਡੀ ਕਹਿੰਦੇ ਵੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ ਜੋ ਬੋਰਡ ਆ ਉਹਦੇ ਨਾਲ, ਪਰ ਹਜੇ ਤਾਈਂ ਕਿਸੇ ਤਰ੍ਹਾਂ ਦਾ ਜਿਹੜਾ ਸਮਝੌਤਾ ਨਹੀਂ ਹੋਇਆ ਹੈਗਾ। ਜੀ, ਸੋ ਸਕੂਲ ਦੇ ਜਿਹੜੇ ਟੀਚਰਸ ਆ ਤੇ ਉਹਨਾਂ ਦੇ ਸਪੋਰਟਰ ਆ ਉਹ ਸਟ੍ਰਾਈਕ ਕਰ ਰਹੇ ਆ 3 ਸਕੂਲ ਬੋਰਡ ਚ ਉੱਥੇ ਜਿਹੜੀ ਸੈਕਰਾਮੈਂਟੋ ਏਰੀਆ ਚ। ਜੀ, ਅਗਲੀ ਜਿਹੜੀ ਖਬਰ ਆ ਉਹ ਵੀ ਸਕੂਲ ਬੋਰਡ ਦੇ ਨਾਲ ਜੁੜੀ ਹੋਈ ਆ। ਅਸਲ ਦੇ ਵਿੱਚ ਫ੍ਰੈਜ਼ਨੋ ਜਿਹੜਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਹਦੇ ਨਾਲ ਜੁੜੀ ਹੋਈ ਹੈ। ਇੱਕ ਨਰਸਸ ਜਿਹੜੀਆਂ ਸੀਗੀਆਂ 3 ਸਕੂਲਾਂ ਦੇ ਵਿੱਚ, ਉਹਨਾਂ ਨੇ ਦੋਸ਼ ਲਾਇਆ ਸੀਗਾ ਵੀ ਸਾਡੇ ਨਾਲ ਜਿਹੜੀ ਆ ਡਿਸਕ੍ਰਿਮੀਨੇਸ਼ਨ ਹੋਈ ਹੈ, ਏਜ ਡਿਸਕ੍ਰਿਮੀਨੇਸ਼ਨ ਦਾ ਉਹਨਾਂ ਨੇ ਦੋਸ਼ ਲਾਇਆ ਸੀਗਾ। ਹੁਣ ਇਹਨੂੰ ਇਸ ਜਿਹੜੀ ਦੋਸ਼ ਲੱਗੇ ਸੀਗੇ ਇਹਨਾਂ ਨੂੰ ਜਿਹੜਾ ਰਿਜ਼ੋਲਵ ਕੀਤਾ ਗਿਆ। ਤਕਰੀਬਨ 1.75 ਮਿਲੀਅਨ ਦੀ ਸੈਟਲਮੈਂਟ ਹੋਈ ਆ। 1 ਸਾਲ ਇਹ ਪੂਰਾ ਜਿਹੜਾ ਡਿਸਪਿਊਟ ਚੱਲਿਆ ਫ੍ਰੈਜ਼ਨੋ ਯੂਨੀਫਾਈਡ ਦੇ ਸਕੂਲ ਦੇ ਦਰਮਿਆਨ ਤੇ ਜਿਹੜੀਆਂ ਨਰਸਸ ਸੀਗੀਆਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਉਹਨਾਂ ਦੇ ਦਰਮਿਆਨ। ਅਸਲ ਦੇ ਵਿੱਚ ਜੌਨ ਕੋਲਬ ਤੇ ਜੈਨਲ ਬੀਮੈਨ ਤੇ ਹਾਈਡੀ ਸਿਗਰ ਜਿਹੜੇ ਨੇ ਉਹਨਾਂ ਨੇ ਸੂ ਕੀਤਾ ਸੀਗਾ ਡਿਸਟ੍ਰਿਕਟ ਨੂੰ 2024 ਦੇ ਵਿੱਚ ਤੇ ਡਿਸਕ੍ਰਿਮੀਨੇਸ਼ਨ ਤੇ ਰਿਟੈਲੀਏਸ਼ਨ ਦੇ ਮਾਮਲੇ ਦੇ ਵਿੱਚ। ਤੇ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਨਾਲ ਇਹਨਾਂ ਦੀ ਉਮਰ ਤਕਰੀਬਨ 63 ਸਾਲ, 59 ਸਾਲ ਤੇ ਇੱਕ ਦੀ ਸੀਗੀ 60 ਸਾਲ। ਤੇ ਉਹ ਕਹਿੰਦੇ ਕਿ ਸਾਨੂੰ ਇਹਨਾਂ ਨੇ ਏਜ ਦੇ ਆਧਾਰ ਦੇ ਉੱਤੇ ਸਾਨੂੰ ਡਿਸਕ੍ਰਿਮੀਨੇਟ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਮੁੱਦੇ ਨੂੰ ਕਾਫੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਦੱਸਿਆ ਸੀਗਾ। ਹੁਣ ਜਿਹੜੀ ਆ ਇਹਨਾਂ ਦੀ ਸੈਟਲਮੈਂਟ ਹੋਈ ਆ ਉਹਦੇ ਵਿੱਚ ਫ੍ਰੈਜ਼ਨੋ ਯੂਨੀਫਾਈਡ ਨੇ ਇਹ ਮੰਨਿਆ ਵੀ ਚਲੋ ਜਿਹੜਾ ਕੁਛ ਠੀਕ ਆ, ਕੁਛ ਥਾਵਾਂ ਦੇ ਉੱਤੇ ਇਹ ਚੀਜ਼ਾਂ ਵਾਪਰੀਆਂ ਹੋਣਗੀਆਂ। ਦੇਖੋ ਕੋਈ ਵੀ ਅਦਾਰਾ ਉਹ ਸਿੱਧੇ ਤੌਰ ਤੇ ਤਾਂ ਇਹ ਗੱਲ ਮੰਨਦਾ ਨਹੀਂਗਾ ਕਿ ਇਹ ਚੀਜ਼ਾਂ ਵਾਪਰੀਆਂ ਨੇ, ਪਰ ਹੁਣ ਜਿਹੜੀ ਸੈਟਲਮੈਂਟ ਹੋਈ ਆ ਇਹਨਾਂ ਨੂੰ ਤਿੰਨਾਂ ਨੂੰ ਦੇਣਾ ਮੰਨਿਆ ਕਿ 1 ਮਿਲੀਅਨ
75 ਜਿਹੜਾ $1000 ਆ ਉਹ ਇਹਨਾਂ ਨੂੰ ਪੇ ਕੀਤਾ ਜਾਊਗਾ ਤਿੰਨਾਂ ਨੂੰ, ਤੇ ਸਾਲ ਭਰ ਇਹ ਜਿਹੜਾ ਝਗੜਾ ਸੀਗਾ ਇਹ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੇ 3 ਨਰਸਾਂ ਦੇ ਵਿਚਾਲੇ ਚੱਲਿਆ। ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਉਹਨਾਂ ਨੇ ਇਹ ਕਿਹਾ ਵੀ ਜੋ ਇੰਟਰਸਟ ਰੇਟ ਆ ਉਹ ਫੈਡਰਲ ਰਿਜ਼ਰਵ ਬੋਰਡ ਵੱਲੋਂ ਉਹ ਸੇਮ ਰਹਿਣਗੇ ਜਾਂ ਜਦੋਂ ਤੱਕ ਉਹਨਾਂ ਨੂੰ ਚੇਂਜ ਨਹੀਂ ਕੀਤਾ ਜਾਂਦਾ ਹੈਗਾ। ਉਹਨਾਂ ਨੇ ਵਾਰ-ਵਾਰ ਇਹ ਕਿਹਾ ਵੀ ਅਰਲੀ ਆ ਦੱਸਣਾ ਵੀ ਜੋ ਕਨਫਲਿਕਟ ਚੱਲ ਰਿਹਾ ਇਰਾਨ ਦਾ ਤੇ ਯੂਐਸ ਦਾ ਤੇ ਇਜ਼ਰਾਈਲ ਦਾ ਤੇ ਇਹਦਾ ਕਿੰਨਾ ਕੁ ਅਸਰ ਜਿਹੜਾ ਇਨਫਲੇਸ਼ਨ ਤੇ ਅਨਪਲਾਇਮੈਂਟ ਤੋਂ ਹੋਊਗਾ। ਤੇ ਯੂਐਸ ਦੀ ਇਕਨੋਮੀ ਨੇ ਕਿਹਾ ਵੀ ਹਜੇ ਵੀ ਗੁੱਡ ਹੈਗੀ ਆ। ਪਾਵਲ ਨੇ ਇਹ ਕਿਹਾ ਜੋ ਫੈਡਰਲ ਚੇਅਰਮੈਨ ਜਿਹੜਾ ਨੈਕਸਟ ਆਊਗਾ ਉਹਨਾਂ ਦਾ ਸਕਸੈਸਰ ਉਹ ਡਿਸਾਈਡ ਕਰੂਗਾ ਵੀ ਹੁਣ ਇੰਟਰਸਟ ਰੇਟ ਕਿੰਨਾ ਕੁ ਹੋਣਾ ਹੈਗਾ ਆ। ਸੋ ਪਰ ਓਵਰਆਲ ਬਾਹਰ ਜੇ ਮਾਰਕੀਟ 'ਚ ਦੇਖਿਆ ਜਾਵੇ ਮਾਰਗੇਜ ਦੇ ਰੇਟ ਅਪ ਗਏ ਹੈਗੇ ਆ 3 ਟਾਈਮਸ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਅਪ ਚਲੇ ਗਏ ਹੈਗੇ ਆ। ਤੇ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਾ। ਡਾਓ ਜੋਨ ਇੰਡਸਟਰੀਅਲ 1.63% ਡਾਊਨ ਗਈ ਹੈ ਤੇ ਕਲੋਜ਼ ਹੋਈ ਹੈ 46,225.15 ਦੇ ਉੱਤੇ। 768.11 ਡਾਓ ਜੋਨ ਇੰਡਸਟਰੀਅਲ ਡਾਊਨ ਗਿਆ ਹੈਗਾ। S&P ਇੰਡੈਕਸ ਜਿਹੜਾ 500 ਆ ਉਹ ਡਾਊਨ ਗਿਆ 1.36%, ਕਲੋਜ਼ ਹੋਇਆ 6624.70 ਦੇ ਉੱਤੇ। ਨੈਸਡੈਕ ਜਿਹੜਾ ਡਾਊਨ ਗਿਆ 1.46% ਤੇ ਕਲੋਜ਼ ਹੋਇਆ ਹੈਗਾ 22,152 ਦੇ ਉੱਤੇ। ਸੋ ਕਾਫੀ ਵੱਡਾ ਝਟਕਾ ਅੱਜ ਸਟਾਕ ਮਾਰਕੀਟ ਨੂੰ ਲੱਗਾ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 93 ਰੁਪਏ ਤੇ 19 ਪੈਸੇ ਦੇ ਬਰਾਬਰ। ਇਹ ਰਿਕਾਰਡ ਆ ਇੰਡੀਆ ਦੇ ਰੁਪਏ ਦਾ। ਤੇ ਇਸ ਤਰ੍ਹਾਂ ਪਾਕਿਸਤਾਨ ਦੇ 279 ਰੁਪਏ ਤੇ 30 ਪੈਸੇ ਦੇ ਬਰਾਬਰ ਇੱਕ ਅਮਰੀਕੀ ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ ਇਸੇ ਤੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।